ਅਮਨਦੀਪ ਹਸਪਤਾਲ ਦੇ ਵਿੱਚ ਇੱਕ ਨਵੀਂ ਪੇਨ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ। ਕ੍ਰੋਨਿਕ ਪੇਨ ਯਾਨੀ ਕਿ ਜਿਹੜੇ ਮਰੀਜ਼ਾਂ ਨੂੰ ਕਾਫੀ ਪੁਰਾਣੀ ਦਰਦ ਹੁੰਦੀ ਹੈ ਉਹਨਾਂ ਨੂੰ ਕਿੱਦਾਂ ਦਰਦ ਤੋਂ ਨਿਜਾਤ ਦਿਲਾਈ ਜਾਏ। ਇਹਨਾਂ ਨੇ ਇੱਕ ਕੋਲੈਬੋਰੇਸ਼ਨ ਕੀਤੀ ਹੈ। ਐਲੀਵੇਟਿਡ ਪੇਨ ਮੈਨੇਜਮੈਂਟ ਕਲੀਨਿਕ ਇਨ ਬੰਗਲੌਰ ਹੈ। ਸਾਡੇ ਨਾਲ ਨੇ ਡਾਕਟਰ ਪਰਮਪ੍ਰੀਤ ਸਿੰਘ ਜਿਹੜੇ ਕਿ ਅਮਨਦੀਪ ਹਸਪੀਟਲ ਦੇ ਨੇ, ਤੇ ਨਾਲ ਡਾਕਟਰ ਸੁਖਤੇਜ ਹੈਗੇ ਨੇ, ਸੁਖਤੇਜ ਇਹ ਬੰਗਲੌਰ ਤੋਂ ਆਏ ਨੇ। ਨਾਲ ਗੱਲਬਾਤ ਕਰਾਂਗੇ। ਡਾਕਟਰ ਅਮਨਦੀਪ ਹਸਪੀਟਲ ਦੇਖੋ ਆਰਥੋਪੈਡਿਕ ਸੈਂਟਰ ਜਾਣਿਆ ਜਾਂਦਾ ਹੈ ਪੂਰੇ ਨਾਰਥ ਇੰਡੀਆ ਦੇ ਵਿੱਚ। ਇੱਕ ਨਵੀਂ ਤਰ੍ਹਾਂ ਦਾ ਮੈਨੇਜਮੈਂਟ ਸ਼ੁਰੂ ਕੀਤਾ ਪੇਨ। ਮੈਂ ਚਾਹਾਂਗਾ ਪਹਿਲੇ ਥੋੜ੍ਹਾ ਬਰੀਫ 'ਚ ਦੱਸ ਦਿਓ ਹੈ ਕੀ। ਦੇਖੋ ਜੀ, ਅਸੀਂ ਅਮਨਦੀਪ ਗਰੁੱਪ ਆਫ ਹਸਪੀਟਲਸ ਦੇ ਵਿੱਚ ਪੇਨ ਕਲੀਨਿਕਸ ਦਾ ਜਿਹੜਾ ਹੈਗਾ ਉਹ ਸ਼ੁਰੂਆਤ ਲਈ ਹੈ ਇਨ ਕੋਲੈਬੋਰੇਸ਼ਨ ਵਿਦ ਐਲੀਵੇਟ ਗਰੁੱਪ ਆਫ ਪੇਨ ਕਲੀਨਿਕਸ ਜਿਹੜੇ ਕਿ ਬੈਂਗਲੌਰ ਬੇਸਡ ਨੇ। ਸੋ ਇਹਦੇ ਵਿੱਚ ਅਸੀਂ ਉਹਨਾਂ ਸਾਰੇ ਮਰੀਜ਼ਾਂ ਦਾ ਇਲਾਜ ਕਰਦੇ ਹਾਂ ਜਿਹੜੇ ਬਹੁਤ ਲੰਮੇ ਸਮੇਂ ਤੋਂ ਦਰਦ ਦੇ ਨਾਲ ਜੂਝ ਰਹੇ ਨੇ ਅਤੇ ਉਹਨਾਂ ਨੂੰ ਆਪਣੇ ਦਰਦ ਤੋਂ ਜਿਨ੍ਹਾਂ ਨੂੰ ਨਿਜਾਤ ਨਹੀਂ ਮਿਲ ਰਹੀ। ਇਸ ਦੇ ਵਿੱਚ ਹਰ ਪ੍ਰਕਾਰ ਦੇ ਮਰੀਜ਼ ਜਿਵੇਂ ਕਿ ਜੋੜਾਂ ਦੇ ਦਰਦ, ਗੋਡਿਆਂ ਦੇ ਦਰਦ, ਮੋਢੇ ਦਾ ਦਰਦ, ਕਮਰ ਦਾ ਦਰਦ, ਜਾਂ ਜਿਹੜੇ ਮਰੀਜ਼ਾਂ ਨੂੰ ਕੈਂਸਰ ਹੋ ਜਾਂਦਾ ਹੈ ਉਹਨਾਂ ਦੀਆਂ ਹੱਡੀਆਂ ਦਾ ਦਰਦ, ਇਹਨਾਂ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਕੀਤਾ ਜਾਂਦਾ ਹੈ। ਅਤੇ ਇਹ ਜਿਹੜੇ ਇਲਾਜ ਕੀਤੇ ਜਾਂਦੇ ਨੇ ਇਹ ਬਿਨਾਂ ਆਪਰੇਸ਼ਨ ਤੋਂ ਕੀਤੇ ਜਾਂਦੇ ਨੇ। ਸੋ ਇਹ ਸਾਰੀਆਂ ਜਿੰਨੀਆਂ ਵੀ ਵਿਧੀਆਂ ਅਸੀਂ ਯੂਜ਼ ਕਰ ਰਹੇ ਹਾਂ ਇਹ ਸਾਰੀਆਂ ਨਾਨ ਸਰਜੀਕਲ ਟੈਕਨੀਕਸ ਨੇ ਜਿਹਦੇ ਵਾਸਤੇ ਕਿ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਹੋਣਾ ਪੈਂਦਾ। ਉਹ ਆਪਣਾ ਇਲਾਜ ਕਰਾ ਕੇ ਉਸੇ ਦਿਨ ਹੀ ਘਰ ਜਾ ਸਕਦਾ ਹੈ ਅਤੇ ਆਪਣੇ ਰੁਝੇਵਿਆਂ ਵਾਲੇ ਕੰਮ ਜਿਹੜਾ ਨਾਲ ਦੀ ਨਾਲ ਕਰ ਸਕਦਾ ਹੈ। ਡਾਕਟਰ ਸਾਹਿਬ, ਇਹ ਕਿੰਨਾ ਮਰੀਜ਼ਾਂ ਵਾਸਤੇ ਬੇਸਿਕਲੀ ਫਾਇਦੇਮੰਦ ਹੋਏਗਾ? ਦੇਖੋ ਆਮ ਤੌਰ 'ਤੇ ਕਿਸੇ ਦਾ ਗੋਡਾ ਖਰਾਬ ਹੈ ਜਾਂ ਕੁਛ ਲੰਬੇ ਸਮੇਂ ਤੋਂ ਉਹਨੂੰ ਪੇਨ ਹੈ, ਉਹਨੂੰ ਕਿਹਾ ਜਾਂਦਾ ਵੀ ਤੂੰ ਰਿਪਲੇਸ ਕਰਾ ਲੈ ਜਾਂ ਪਹਿਲੇ ਉਹਨੂੰ ਮੈਡੀਸਨ ਦਿੱਤੀ ਜਾਂਦੀ। ਇਹ ਕੋਈ ਖਾਸ ਟੈਕਨੀਕ ਹੈ, ਨਵੀਂ ਤਰ੍ਹਾਂ ਦੀ ਕੋਈ ਟੈਕਨੀਕ ਹੈ ਵੀ ਜਿਹਦੇ ਨਾਲ ਮਰੀਜ਼ ਨੂੰ ਦਰਦ ਹੀ ਨਹੀਂ ਹੋਏਗੀ? ਜੀ ਬਿਲਕੁਲ। ਇਸ ਦੇ ਜਿਹੜੀ ਦੇਖੋ ਜਿਨ੍ਹਾਂ ਦੇ ਵਿੱਚ ਇਹ ਇਸਤੇਮਾਲ ਕੀਤੀ ਜਾ ਸਕਦੀ ਹੈ ਉਹ ਪੇਸ਼ੈਂਟ ਦੀ ਇੰਡੀਕੇਸ਼ਨ ਬਹੁਤ ਜ਼ਰੂਰੀ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਇਹ ਕਿਸ ਮਰੀਜ਼ ਦੇ ਵਿੱਚ ਅਸੀਂ ਯੂਜ਼ ਕਰਨੀ ਹੈ। ਜਿਵੇਂ ਕਿ ਜਿਹੜੇ ਮਰੀਜ਼ ਜੋੜ ਖਰਾਬ ਹੋਣ 'ਤੇ ਜੋੜਾਂ ਦੇ ਬਦਲਾਉਣ ਦੇ ਆਪਰੇਸ਼ਨ ਨਹੀਂ ਕਰਾ ਸਕਦੇ, ਜੁਆਇੰਟ ਰਿਪਲੇਸਮੈਂਟ ਸਰਜਰੀ ਜਿਹੜੇ ਕਿਸੇ ਕਾਰਨ ਕਰਕੇ ਨਹੀਂ ਕਰਾ ਸਕਦੇ, ਉਹਨਾਂ ਵਿੱਚ ਬਹੁਤ ਕਾਰਗਰ ਹੈ। ਕਿਸੇ ਮਰੀਜ਼ ਦੀ ਕਿਸੇ ਲੰਮੇ ਸਮੇਂ ਤੋਂ ਬਿਮਾਰੀ ਚੱਲ ਕੇ ਜਿਵੇਂ ਸ਼ੂਗਰ ਹੋ ਗਈ, ਬਲੱਡ ਪ੍ਰੈਸ਼ਰ ਹੋ ਗਈ, ਹਾਰਟ ਦੀ ਪ੍ਰੋਬਲਮ ਹੋ ਗਈ, ਇਹਨਾਂ ਚੀਜ਼ਾਂ ਕਰਕੇ ਜਿਨ੍ਹਾਂ ਦੇ ਵਿੱਚ ਆਪਰੇਸ਼ਨ ਨਹੀਂ ਕੀਤਾ ਜਾ ਸਕਦਾ, ਜਿਹੜੇ ਮੈਡੀਕਲੀ ਅਨਫਿਟ ਨੇ, ਉਹਨਾਂ ਦੇ ਵਿੱਚ ਅਸੀਂ ਜਿਹੜੀਆਂ ਇਹ ਟੈਕਨੀਕਸ ਨੇ ਉਹਨਾਂ ਨੂੰ ਇਸਤੇਮਾਲ ਕਰਕੇ ਉਹਨਾਂ ਦੀ ਦਰਦ ਖਤਮ ਕਰ ਸਕਦੇ ਹਾਂ। ਜਿਹੜੇ ਮਰੀਜ਼ ਇਹ ਚਾਹੁੰਦੇ ਹਨ ਕਿ ਹਜੇ ਉਹ ਆਪਰੇਸ਼ਨ ਨਹੀਂ ਕਰਾਉਣਾ ਚਾਹੁੰਦੇ ਜਾਂ ਉਹ ਸੋਚਦੇ ਹਨ ਕਿ ਅਸੀਂ ਹਜੇ ਇਸੇ ਆਪਣੇ ਜੋੜਾਂ ਦੇ ਨਾਲ ਜਿਹੜਾ ਹੈ ਗੁਜ਼ਾਰਾ ਕਰਨਾ ਹੈ ਜਾਂ ਅਸੀਂ ਕੁਝ ਸਮਾਂ ਪਾਉਣਾ ਹੈ, ਇਹ ਉਹਨਾਂ ਵਿੱਚ ਵੀ ਕਾਰਗਰ ਹੈ। ਸੋ ਦੇਖਿਆ ਜਾਵੇ ਕੁੱਲ ਤੌਰ 'ਤੇ ਬਹੁਤ ਸਾਰਾ ਜਿਹੜਾ ਹੈਗਾ ਪੇਸ਼ੈਂਟ ਬੇਸ ਹੈ ਜਿਨ੍ਹਾਂ ਦੇ ਵਿੱਚ ਕਿ ਅਸੀਂ ਇਹਨੂੰ ਇਸਤੇਮਾਲ ਕਰ ਸਕਦੇ ਹਾਂ। ਅੱਛਾ ਡਾਕਟਰ ਸਾਹਿਬ, ਕੁਝ ਹੋਰ ਤੁਸੀਂ ਦੱਸਣਾ ਚਾਹੋ ਇਸ ਕਲੀਨਿਕ ਦੇ ਬਾਰੇ? ਹਾਂਜੀ ਬਿਲਕੁਲ ਜੀ। ਇਹ ਜਿਹੜੇ ਪੇਨ ਕਲੀਨਿਕਸ ਹਨ, ਸੋ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹਨਾਂ ਦੇ ਵਿੱਚ ਕੋਈ ਇਲਾਜ ਵਾਸਤੇ ਦਾਖਲੇ ਦੀ ਲੋੜ ਨਹੀਂ ਪੈਂਦੀ। ਉਸ ਦੇ ਨਾਲ ਨਾਲ ਇਹਦੇ ਵਿੱਚ ਕੋਈ ਚੀਰਾ ਜਾਂ ਚੀਰਫਾੜ ਨਹੀਂ ਕੀਤੀ ਜਾਂਦੀ। ਅਤੇ ਕਿਸ ਤਰ੍ਹਾਂ ਡਾਕਟਰ ਸਾਹਿਬ ਕੋਈ ਮੈਡੀਸਨ ਦਿੱਤੀ ਜਾਂਦੀ ਜਾਂ ਪੇਸ਼ੈਂਟ ਦੇ ਕੋਈ ਬਾਡੀ ਦੇ ਉੱਪਰ ਕੋਈ ਇਸ ਤਰ੍ਹਾਂ ਦੀ ਚੀਜ਼ ਲਗਾਤੀ ਜਾਂਦੀ ਜਿਹੜੀ ਮੈਡੀਸਨ ਰਿਲੀਜ਼ ਕਰਦੀ ਰਹਿੰਦੀ ਹੈ? ਇਸ ਦੇ ਵਿੱਚ ਅਸੀਂ ਪੇਸ਼ੈਂਟ ਦੇ ਬਾਡੀ ਵਿੱਚੋਂ ਥੋੜ੍ਹਾ ਜਿਹਾ ਬਲੱਡ ਲੈ ਕੇ ਉਹਨਾਂ 'ਚੋਂ ਗਰੋਥ ਅਤੇ ਰਿਪੇਅਰ ਵਾਲੇ ਸੈੱਲ ਵੱਖਰੇ ਕਰ ਲੈਂਦੇ ਹਾਂ ਜਿਨ੍ਹਾਂ ਨੂੰ ਕਿ PRP ਆਖਿਆ ਜਾਂਦਾ। ਸੋ ਇਸ PRP ਨੂੰ ਅਸੀਂ ਟੀਕੇ ਜਾਂ ਇੰਜੈਕਸ਼ਨ ਰਸਤੇ ਮਰੀਜ਼ਾਂ ਦੇ ਜੋੜਾਂ ਵਿੱਚ ਲਗਾ ਕੇ ਉੱਥੇ ਰਿਪੇਅਰ ਕਰ ਸਕਦੇ ਹਾਂ, ਉਹਨਾਂ ਦੀ ਦਰਦ ਠੀਕ ਕਰ ਸਕਦੇ ਹਾਂ। ਸੋ ਇਹਦੇ ਵਾਸਤੇ ਕੋਈ ਚੀਰਾ ਨਹੀਂ ਦਿੱਤਾ ਜਾਂਦਾ, ਕੋਈ ਚਾਕੂ ਦਾ ਇਸਤੇਮਾਲ ਨਹੀਂ ਹੁੰਦਾ। ਸਿਮਿਲਰਲੀ ਇੱਕ ਹੋਰ ਤਕਨੀਕ ਸਾਡੇ ਕੋਲ ਹੈ ਜਿਸ ਨੂੰ ਕਿ ਰੇਡੀਓ ਫ੍ਰੀਕੁਐਂਸੀ ਐਬਲੇਸ਼ਨ ਕਿਹਾ ਜਾਂਦਾ ਹੈ, ਜਿਸ ਦੇ ਨਾਲ ਅਸੀਂ ਜਿਹੜੀਆਂ ਨਾੜਾਂ ਬ੍ਰੇਨ ਨੂੰ ਦਰਦ ਦਾ ਸੰਕੇਤ ਦਿੰਦੀਆਂ ਹਨ ਉਹਨਾਂ ਦਾ ਕਨੈਕਸ਼ਨ ਖਤਮ ਕਰ ਦਿੰਦੇ ਹਾਂ ਅਤੇ ਇਹ ਵੀ ਬਿਨਾਂ ਕਿਸੇ ਚੀਰੇ ਤੋਂ ਦਿੱਤਾ ਜਾਂਦਾ ਹੈ। ਇਸ ਵਾਸਤੇ ਕੋਈ ਦਾਖਲ ਨਹੀਂ ਹੋਣਾ ਪੈਂਦਾ ਅਤੇ ਬਹੁਤ ਹੀ ਬਰੀਕ ਜਿਹੜੀਆਂ ਸਰਿੰਜਾਂ ਦੇ ਨਾਲ ਇਹਦਾ ਟਰੀਟਮੈਂਟ ਕੀਤਾ ਜਾਂਦਾ ਹੈ। ਸੋ ਇਸ ਦੇ ਵਿੱਚ ਕੋਈ ਦਰਦ ਨਹੀਂ ਹੁੰਦੀ। ਸੋ ਮਰੀਜ਼ ਆਪਣਾ 1 ਘੰਟੇ 2 ਘੰਟੇ 'ਚ ਇਲਾਜ ਕਰਾ ਕੇ ਘਰ ਜਾ ਸਕਦਾ ਹੈ ਅਤੇ ਨਾਲ ਦੀ ਨਾਲ ਆਪਣੇ ਕੰਮ 'ਤੇ ਵੀ ਜਾ ਸਕਦਾ ਹੈ। ਡਾਕਟਰ ਸਾਹਿਬ, ਫਿਰ ਦੁਬਾਰਾ ਕਿੰਨੀ ਵਾਰੀ ਉਹਨੂੰ ਰਿਪੀਟ ਕਰਾਉਣਾ ਪੈਂਦਾ ਸੇਮ ਪ੍ਰੋਸੀਜਰ? ਇਹਦੇ ਜਿਹੜੇ ਰਿਜ਼ਲਟਸ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਰਿਜ਼ਲਟ 1 ਸਾਲ ਤੋਂ 2 ਸਾਲ ਤੱਕ ਲਾਸਟ ਕਰ ਜਾਂਦੇ ਨੇ। ਅਤੇ ਜਿਹੜੀ ਜ਼ਿਆਦਾ ਫਾਇਦੇਮੰਦ ਗੱਲ ਇਹ ਵੀ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ PRP ਮਰੀਜ਼ ਦੇ ਖੂਨ ਤੋਂ ਲੈ ਕੇ ਬਣਾਇਆ ਜਾਂਦਾ ਹੈ। ਸੋ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਅਤੇ ਜੇਕਰ ਫਰਜ਼ ਕਰੋ ਕਿ 2 ਸਾਲ ਬਾਅਦ ਵੀ ਸਾਨੂੰ ਇਸ ਨੂੰ ਲਗਾਉਣ ਦੀ ਲੋੜ ਪੈਂਦੀ ਹੈ ਅਤੇ ਇਹ 100% ਸੇਫ ਹੈ, ਇਸ ਦਾ 0 ਸਾਈਡ ਇਫੈਕਟ ਹੈ ਅਤੇ ਅਸੀਂ ਇਹਨੂੰ ਜਿੰਨੀ ਵਾਰ ਚਾਹੀਏ ਉਨੀ ਵਾਰ ਸਰੀਰ 'ਚ ਇਸਤੇਮਾਲ ਕਰ ਸਕਦੇ ਹਾਂ। ਦੇਖੋ ਇਹ ਸਨ ਪਰਮਪ੍ਰੀਤ ਜਿਵੇਂ ਦੱਸਿਆ ਵੀ ਹੁਣ ਜਿਹੜਾ ਇਹਨਾਂ ਦਾ ਕਲੀਨਿਕ ਨਵਾਂ ਸ਼ੁਰੂ ਕੀਤਾ ਗਿਆ ਵੀ ਪੇਨ ਜਿਹੜਾ ਪੁਰਾਣੇ ਜਿਹੜੇ ਮਰੀਜ਼ ਨੇ, ਕਰੋਨਿਕ ਡਿਜ਼ੀਜ਼ ਨੇ ਜਿਨ੍ਹਾਂ ਦੀ, ਜਾਂ ਉਹ ਲੋਕ ਜਿਹੜੇ ਕਿ ਆਪਰੇਸ਼ਨ ਨਹੀਂ ਕਰਵਾ ਸਕਦੇ ਪਰ ਦਰਦ
ਜਿਹੜੀ ਉਹਨੂੰ ਲਗਾਤਾਰ ਹੁੰਦੀ ਰਹਿੰਦੀ ਹੈ, ਉਹ ਕਿਸ ਤਰ੍ਹਾਂ ਦਰਦ ਤੋਂ ਛੁਟਕਾਰਾ ਇਹਨਾਂ ਨੂੰ ਮਿਲ ਸਕਦਾ ਹੈ। ਜਿਹੜੇ ਬੰਗਲੌਰ ਤੋਂ ਆਏ ਨੇ ਡਾਕਟਰ ਸਵਾਗਤੇਸ਼, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ थोड़ा दसना क्या है ये? जी सो बेसिकली ये फर्स्ट ऑफ ऑल मैं अमनदीप हॉस्पिटल, अमनदीप ग्रुप का काफ़ी शुक्रगुजार हूँ, क्योंकि उन्होंने हमें अपॉर्चुनिटी दी है इस एसोसिएशन के थ्रू कि हम क्रॉनिक पेन का ट्रीटमेंट लोगों तक पहुँचा सके। लगभग देखिए 30% लोग हर टाइम में क्रॉनिक पेन से सफ़र कर रहे हैं। मतलब कोई भी पेन हो सकता है, घुटने का पेन, पीठ का पेन, एंकल का, शोल्डर का, कैंसर का, या जस्ट मसल्स में पेन। बहुत पेन होते हैं जिसमें जो ठीक नहीं होते हैं हफ्ते के अंदर, महीने के अंदर, और लिंगर ऑन करने लगते हैं। सो क्या होता है कि उसको दूर करने के लिए फिर पेशेंट को बहुत सारी पेन किलर्स खानी पड़ती हैं, जिसका फिर से साइड इफेक्ट होता है। एब्सोल्यूट जैसा आपने कहा, पेन किलर के साइड इफेक्ट, लॉन्ग टर्म साइड इफेक्ट लिवर और किडनी के ऊपर आ सकते हैं। हम जो ट्रीटमेंट कर रहे हैं, जैसे डॉक्टर परम ने बताया, हम खुद पेशेंट के प्लेटलेट्स लेके डाल रहे हैं, या फिर खुद पेशेंट्स के स्टेम सेल्स लेके डाल रहे हैं, या फिर यह विस्को सप्लीमेंटेशन, जो जेल पेशेंट के घुटने में ख़त्म हो गया वो रिप्लेस कर रहे हैं। प्लस हम एक और ट्रीटमेंट मोडालिटी भी देते हैं पेशेंट को, जिसका नाम है प्रोलोथेरेपी। ये काफ़ी कंडीशंस में यूज़ होता है। इसमें क्या होता है, इट्स अ मिक्सचर ऑफ जी डेक्स्ट्रोज होता है और लोकल एनेस्थेटिक होता है, और उससे हम सारे स्ट्रक्चर्स को स्ट्रॉन्ग करने के लिए ट्रीटमेंट करते हैं, मल्टीपल इंजेक्शंस देके। अच्छा डॉक्टर साहब, आप बेंगलोर में ये काफ़ी समय से चला रहे हैं, आपके मेरे ख्याल से 4-5 क्लिनिक वहाँ चलते भी हैं। अमृतसर में शायद एक ये नई टेक्निक है, पहला क्लिनिक आप खोल रहे हैं, तो कैसे देखिए पेशेंट को तो पहले आता है कि उसको क्या कहते हैं जी, नीचे से खुद सेल्फ मेडिकेशन करके ही आता है वो, तो फिर किस तरह आपको पेशेंट को कैसे समझाएंगे? पेशेंट को बेसिकली एक माइंड सेट हो चुका ना, क्योंकि ये नई टेक्निक है आपकी। पेशेंट को तो लगता है मान लीजिए अब मेरा ऑपरेशन ही है, कई बार ऑपरेशन से भागते हैं, तो किस तरह पेशेंट को मोटिवेशन के लिए किस तरह की आप क्या कहेंगे भी पेशेंट मोटिवेट हों और इस थेरेपी के लिए आगे हैं? सो बेसिकली आपका जो क्वेश्चन है बहुत पर्टिनेंट है कि लोगों को कैसे मोटिवेट किया जाए ये ट्रीटमेंट की तरफ। देखिए, ये ट्रीटमेंट बनाया ही गया है लोगों की ज़रूरत से ही ये बॉर्न हुआ है। ये स्पेशलिटी हैज़ बीन बॉर्न, वो मतलब इसलिए क्योंकि सबका इलाज ऑपरेशन नहीं है और सब लोग मेडिसिन से रिस्पॉन्ड नहीं करेंगे। आप समझ रहे, सिर्फ मेडिसिन विल नॉट बी इनफ। कुछ लोग ऑपरेशन नहीं कर सकते, सिर्फ 10 से 15% कर सकते हैं। हमारे जो इंजेक्शन बेस्ड ट्रीटमेंट है, पेशेंट को एडमिट होने की भी ज़रूरत नहीं पड़ती है मोस्ट ऑफ द टाइम्स। सुबह आके दोपहर तक पेशेंट घर जाता है विथ पूरा प्रोसीजर होके, एंड पेशेंट अपना नॉर्मल रूटीन एक्टिविटीज़ भी कर सकता है इसके बाद। सो साइड इफ़ेक्ट कम है, पेशेंट उसी दिन घर जा रहे हैं, एडमिशन नहीं है, रिकवरी टाइम नहीं है। और ये जो प्रोलोथेरेपी पीआरपी ट्रीटमेंट्स है, ये इंडिया में भले ही अब आ रहे हों, बट बाहर वेस्टर्न वर्ल्ड में लास्ट 40-50 साल से पॉपुलर है। बड़े बड़े एथलीट्स जैसे कि टाइगर वुड्स, राफेल नडाल और बहुत और जाने पहचाने नेम बास्केटबॉल वगैरह में भी उन्होंने बहुत यूज़ किया है पीआरपी और प्रोलोथेरेपी का। सो इसीलिए इसका बहुत यूज़ है सोसाइटी में। ये रहते मेरे, आप ऑर्थोपेडिक सर्जन भी हैं, देखिए आमतौर पे तो डॉक्टर कहते हैं कि यार फटाफट ऑपरेशन कर दो। ये इसका एक धारणा है लोगों में भी, कोई भी नई टेक्निक आती है वो खासी महंगी रहती है, तो इसका क्या है भी, कोई महंगी है या अफोर्डेबल है ये? जी, हमारा सबसे बड़ा चैलेंज यही था कि ये ट्रीटमेंट्स को एक अफोर्डेबल प्राइस पे लोगों के लिए हम बनाएं। यहाँ पे हमारा जो हम ट्रीटमेंट कॉस्ट यहाँ पे दे रहे हैं इंडिया में, हमारे ट्रीटमेंट्स वो लगभग 8 से 10 गुना कम है, जो कि सेम ट्रीटमेंट के लिए आप यूएस जाएंगे या लंदन जाएंगे जितना खर्च करना पड़ेगा। सो हम लोग बहुत ही ज़्यादा जितना हो सके हम लोग उसको ट्राई कर रहे हैं एक अफोर्डेबल प्राइस रेंज में पेशेंट्स के लिए रेडी करने के लिए। सिर्फ प्रोसीजर नहीं, हम इसको एक कंप्लीट होलिस्टिक ट्रीटमेंट करते हैं जिसमें फिजियोथेरेपी भी होता है, हम न्यूट्रिशन भी देखते हैं पेशेंट क्या खा रहा है, वेट मैनेजमेंट करते हैं, अगर पेशेंट डिप्रेस्ड है तो साइकोलॉजिस्ट से भी बात करवाते हैं, उनका मूड एलिवेट कराते हैं। सो इसको बोलते हैं मल्टी फैसेटेड मल्टी डिसिप्लिनरी अप्रोच। मल्टी कहते हैं भी, जो डिजीज़ है जैसे कोई बंदा डिप्रेशन में भी है, पेन में भी है, और भी उसका इलाज एक ही अब यहाँ पर शुरू कर दिया गया है। देखिए, उसका जो आदमी पेन में भी है, डिप्रेस्ड भी है, बहुत बार वो पेन इज़ द रीज़न फॉर डिप्रेशन। अगर किसी इंसान को हमेशा पेन है, क्रॉनिक पेन है, वो खुश तो रह नहीं सकता। तो हम क्या करते हैं, वो साइकिल को ब्रेक करते हैं। इसको कहते हैं कि विशियस साइकिल ऑफ क्रॉनिक पेन हो जाता है। दर्द होती है, पेशेंट का मूवमेंट कम हो जाता है, पेशेंट ज़्यादा चल वल नहीं पाता है,
पेशेंट का क्वालिटी ऑफ लाइफ खराब होता है। आप समझ रहे हैं? तो हम जब पेन कम कर रहे हैं, फिर पेशेंट को हम प्रमोट कर रहे हैं एक्सरसाइज करें, ताकि जो वीक हो गया उसमें स्ट्रेंथ बढ़े, तो बेसलाइन से भी इम्प्रूव होंगे। तो आप कुछ इसके बारे में और कुछ बताना चाहें जो कि लोगों के लिए जानना ज़रूरी हो? जैसे कि स्पेशली मैं बैक पेन पे थोड़ा फोकस करना चाहूँगा, क्योंकि डॉक्टर परम ने ऑलरेडी नी पेन मेंशन किया है। बैक पेन में लोग ज़्यादातर समझते हैं सारा पेन डिस्क से होता है, लेकिन हम देखते हैं कि डिस्क से सिर्फ 20 या 25% ही पेन होता है। दूसरी चीज़ें हैं, जैसे आपका सेक्रोइलियाक जॉइंट है, आपका पायरिफॉर्मिस सिंड्रोम है, फैसेट जॉइंट्स है, ट्रिगर पॉइंट्स है। तो पेन बहुत अलग जगह से आ सकता है। इन पेन प्रैक्टिस में हम पिन पॉइंट करते हैं, लोकलाइज करते हैं, डायग्नोस करते हैं एग्जैक्ट रीज़न क्या है पेन का, और उसको ट्रीट करते हैं। धन्यवाद हमारे से बात करने के लिए। ये थे डॉक्टर परमप्रीत और डॉक्टर सौभाग्येश। किस तरह बताया कि अमनदीप हॉस्पिटल में अब पेन क्लिनिक की शुरुआत हो गई है। वो ऐसे मरीज जिन मरीजों को काफ़ी लंबे समय से पेन रहती है, वो अपना उनकी या मेडिकल फिटनेस नहीं है या और किसी कारण से वो अपना इलाज नहीं करा पाते हैं, तो यहाँ पर अब उन्हें पेन फ्री क्लिनिक में कम से कम दर्द से तो निजात दिलाई जा सकती है। और इसके साथ साथ और भी, जिससे इन्होंने बताया कि एक्सरसाइज के थ्रू, काउंसलिंग के थ्रू भी मरीज को ठीक करने की तमाम विधियाँ यहाँ पर शुरुआत कर दी गई है। अमृतसर से D4 न्यूज़ के लिए दीपक भंडारी की खास रिपोर्ट।